सतनाम करता पुरख निर्भव निर्वैर अकाल मूरत अजूनी सैभं गुर प्रसाद। ज्ञान ध्यान किच कर्म ना जाना, नाहि न निर्मल करनी। साध संगत के अंचल लावो, बिखम नदी जाए तरनी। सतनाम वाहे गुरु साहिब जियो। राग सूही महला पहला, कर तीजा एक ओंकार सतगुर प्रसाद। आवो सजना हाँ देखां दर्शन तेरा राम। करे आपनड़े खड़ी तकां, मैं मन चाहो कन्हेरा राम। आवो सजना हाँ देखां दर्शन तेरा राम। करे आपनड़े खड़ी तकां, मैं मन चाहो कन्हेरा राम। वर पायड़ा बालड़िए, आसा मनसा पूरी राम। पिर रावेड़ी शब्द रली, रव रहया नह दूरी राम। प्रभ दूर न होई घट घट सोई, तिसकी नार सबाई। आपे रसिया आपे रावे, ज्यों तिस दी वडियाई। अमर अडोल अमोल अपारा, गुरपूरै सच पाइयै। नानक आपे जोग संजोगी, नदर करे लिव लाइयै। पिर उचड़ियै माड़ियै तिह लोआ, सिर ताजा राम। हाँ बिसम भई देख गुणा, अनहद शब्द अगाजा राम। शब्द विचारी करनी सारी, राम नाम निसाणो। नाम बिना खोटे नहीं ठाहर, नाम रतन परवाणो। पत मत पूरी पूरा परवाना, ना आवे ना जासी। नानक गुरमुख आप पछाणै, प्रभ जैसे अविनाशी। पत मत पूरी पूरा परवाना, ना आवे ना जासी। नानक गुरमुख आप पछाणै, प्रभ जैसे अविनाशी। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी दी अपर अपार अजीम बख्शिश। टलदी शाम असी सतसंगत दा समा माण रहे हैं। ये समा गुरबाणी व्याख्या दा है नाल ही, क्योंकि साडा अजकल कैलेंडरी तारीखां दे विच कुछ फर्क हुंदा आ। मूल नानक शाही कैलेंडर के मुताबिक धन गुरु रामदास जी का गुरपुरब असी बीते कुछ दिन पहला उसनों मनाया। उन्होंने उस समय दे विच अपनी अकीदत अदा की।
ਇੱਕ ਡਿਫਰੈਂਟ ਕੈਲੰਡਰ ਦੀ ਤਾਰੀਖ ਦੇ ਮੁਤਾਬਕ ਕੁਝ ਸੰਗਤਾਂ ਅੱਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਗੁਰਪੁਰਬ ਨੂੰ ਮਨਾ ਰਹੀਆਂ ਨੇ। ਭਾਵ ਉਸ ਗੁਰਪੁਰਬ ਦੇ ਸਮੇਂ ਗੁਰੂ ਸਾਹਿਬ ਦੀ ਅਸੀਸ ਬਖਸ਼ਿਸ਼ ਪ੍ਰਾਪਤ ਕਰ ਰਹੀਆਂ ਨੇ। ਸੋ ਆਪ ਸਮੂਹ ਨੂੰ ਵੀ ਇੱਕ ਵਾਰ ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਗੁਰਪੁਰਬ ਦੀ ਮੁਬਾਰਕਬਾਦ। ਬਚਨ ਦੀ ਜੋ ਵਿਆਖਿਆ ਹੋ ਰਹੀ ਹੈ ਇਹ ਸੂਹੀ ਰਾਗ ਦਾ ਗੁਰੂ ਨਾਨਕ ਸਾਹਿਬ ਦਾ ਉਚਰਿਤ ਕੀਤਾ ਸ਼ਬਦ ਹੈ। ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰੇ ਆਪਨ ਨੇੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ। ਇੱਥੋਂ ਹੀ ਸ਼ਬਦ ਸ਼ੁਰੂ ਹੋਇਆ ਸੀਗਾ। ਮੋਸਟਲੀ ਜਿਹੜਾ ਪਹਿਲਾ ਪਦ ਆਇਆ ਇਹਦਾ ਅਕਸਰ ਗਾਇਆ ਜਾਂਦਾ, ਪਰ ਬਾਕੀ ਜਿਹੜੇ ਰੈਸਟ ਆਫ 3 ਪਦੇ ਬਣਦੇ ਨੇ ਉਹਨਾਂ ਦੇ ਵਿੱਚ ਇਹਦੀ ਅਗਲੀ ਡਿਟੇਲਡ ਡਿਸਕਸ਼ਨ ਮੌਜੂਦ ਹੈ ਸ਼ਬਦ ਦੇ ਅਸਲਾਭਾ ਦੇ ਰੂਪ ਵਿੱਚ। ਅਸੀਂ ਵਿਚਾਰ ਕਰਦਿਆਂ ਹੋਇਆਂ 2 ਬੰਦ ਵਿਚਾਰੇ ਨੇ। 3 ਨੰਬਰ ਪਦੇ ਦਾ ਪਾਠ ਆਪ 3-4 ਦਾ ਅੱਜ ਪਾਠ ਸਰਵਣ ਕੀਤਾ ਹੈ। ਬਚਨ ਪ੍ਰਾਰੰਭ ਕਰਦੇ ਹਾਂ 3 ਨੰਬਰ ਪਦੇ ਦੀ ਪਹਿਲੀ ਪੰਕਤੀ ਤੋਂ। ਗੁਰਦੇਵ ਜ਼ਿਕਰ ਕਰਦੇ, ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ। ਦੇਖੋ ਇਹਦੇ 'ਚ ਵੀ ਸ਼ਬਦ ਦੇ 'ਚ ਅੱਗੇ ਜਾ ਕੇ ਆਉਣਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੂਰ ਨਹੀਂ, ਸਭ ਜਗ੍ਹਾ 'ਤੇ ਮੌਜੂਦ ਆ, ਜਰਰੇ ਜਰਰੇ 'ਚ ਉਹਦੀ ਮੌਜੂਦਗੀ ਹੈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਟਰਾਂਸਲੇਟ ਕਰਦੇ ਹਾਂ, ਕਹਿੰਦੇ ਹਾਂ ਓਮਨੀ ਪ੍ਰੈਜ਼ੈਂਟ ਆ। ਇਹਦੇ ਬਾਬਤ ਕਈ ਵਾਰੀ ਜਿਵੇਂ ਓਅੰਕਾਰ ਲਫ਼ਜ਼ ਆ, ਓਅੰਕਾਰ ਦਾ ਮਤਲਬ ਹੈ ਲਗਾਤਾਰਤਾ ਨਾਲ ਅਵਿਥ ਇੱਕ ਰਸਤਾ ਦੇ ਨਾਲ ਜਿਹੜੀ ਸ਼ਕਤੀ ਵਿਆਪਕ ਹੈ, ਉਹਨੂੰ ਅਸੀਂ ਓਅੰਕਾਰ ਕਹਿ ਰਹੇ ਹਾਂ, ਰੱਬ ਅਕਾਲ ਪੁਰਖ। ਹੁਣ ਕਈ ਵਾਰ ਇਹ ਬਾਤ ਹੁੰਦੀ ਹੈ, ਤਾਰਕਿਕ ਲੋਕ ਕਹਿੰਦੇ ਨੇ ਕਿ ਜਦੋਂ ਧਾਰਮਿਕ ਲਿਖਾਵਟ ਸਕ੍ਰਿਪਚਰ ਇਹ ਬਿਆਨ ਕਰਦਾ ਹੈ ਕਿ ਬੰਦੇ ਤੇਰੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਹਰ ਇੱਕ ਬਾਡੀ ਦਾ ਸੈੱਲ ਜਿਹੜਾ ਉਹਨੂੰ ਕੈਰੀ ਕਰਦਾ ਆ, ਹਰ ਇੱਕ ਟਿਸ਼ੂ ਕੈਰੀ ਕਰਦਾ ਆ, ਹਰ ਇੱਕ ਜਿਹੜਾ ਕੋਈ ਵੀ ਤੁਸੀਂ ਦੇਖ ਲਵੋ ਜਿਹੜਾ ਹੈ ਉਹਦੇ ਛੋਟੇ ਤੋਂ ਛੋਟੇ ਜ਼ਰਰੇ 'ਚੋਂ ਹੀ ਜ਼ਰਖੇਜ਼ ਹੈ। ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਸਭ ਵਿੱਚ ਉਹਦੀ ਮੌਜੂਦਗੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਆਪ ਹੀ ਗੋਬਿੰਦ ਰੂਪ ਹੈ ਸਭ। ਇੱਥੇ ਤੇ ਕਿਹਾ ਗਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮ੍ਰਿਗ ਮੀਨ ਪੰਖੇਰੂ, ਜੋ ਬੋਲਤ ਹੈ ਮ੍ਰਿਗ। ਹੁਣ ਮ੍ਰਿਗ ਜਿਹੜੇ ਨੇ ਧਰਤੀ 'ਤੇ ਤੁਰਨ ਵਾਲੇ ਜਾਨਵਰ, ਇਹਨਾਂ ਦੀਆਂ ਸਾਰੀਆਂ ਆਵਾਜ਼ਾਂ ਕਰਤਾਰ ਦੀ ਆਵਾਜ਼ ਹੈ, ਕ੍ਰੀਏਸ਼ਨ ਦੇ ਵਿੱਚ ਕ੍ਰੀਏਟਰ ਦੀ ਹੋਂਦ ਹੈ ਉਸ ਰੂਪ ਦੇ ਵਿੱਚ। ਮੀਨ ਪਾਣੀ ਵਿੱਚ ਰਹਿਣ ਵਾਲਾ ਜੀਆ ਜੰਤ ਸਭ, ਧਰਤੀ 'ਤੇ ਵੀ ਉਹ ਹੈ, ਪਾਣੀ ਵਿੱਚ ਵੀ ਉਹ ਹੈ। ਮ੍ਰਿਗ ਮੀਨ ਪੰਖੇਰੂ, ਪੰਖੇਰੂ ਪੰਖ ਲੱਗੇ ਜਿਹਨਾਂ ਨੂੰ, ਅਸਮਾਨ 'ਤੇ ਉੱਡਣ ਵਾਲੇ, ਉਹ ਵੀ ਉਹਦੇ ਵਿੱਚ ਵੀ ਉਹੀ ਹੈ। ਕੀ ਧਰਤੀ, ਕੀ ਪੁਲਾੜ ਤੇ ਕੀ ਪਾਣੀ, ਇਹ ਸਭ ਜਗ੍ਹਾ 'ਤੇ ਉਹੀ ਮੌਜੂਦ ਹੈ। ਜੋ ਜੀਆ ਜੰਤ ਬੋਲ ਰਿਹਾ ਹੈ ਉਹਦੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ, ਉਹੀ ਆਪ ਹੀ ਆਪ ਹੈ। ਫਿਰ ਇਹਦੇ 'ਚ ਕਦੀ ਰੈਸ਼ਨਲ ਮਾਈਂਡ ਇਹ ਕਹਿੰਦਾ ਆ ਕਿ ਇਫ ਵੀ ਕੈਨ ਵਿਟਨੈਸ ਔਰ ਸੀ ਆਲਮਾਈਟੀ everywhere as a omnipresent, then why some religious people are pushing us to do some meditation, to do some simran, to do some religious activities? Then there is no meaning for that. ਕਿਉਂਕਿ ਜਦੋਂ ਆਪ ਹੀ ਮੌਜੂਦ ਹੈ ਚਾਰ ਚੁਫੇਰੇ, ਫਿਰ ਤੇ ਲੋੜ ਹੀ ਨਾ ਰਹਿ ਗਈ। ਉਹ ਆਪ ਹੀ ਤੇ ਆਪ ਹੈ, ਮੈਂ ਵੀ ਉਹ ਹਾਂ, ਤੁਸੀਂ ਵੀ ਉਹ, ਸਭ ਉਹੀ ਤੇ ਉਹ ਹੈ, ਸਭ ਉਸ ਰੂਪ ਦੇ ਵਿੱਚ। ਇਹਦੇ 'ਚ ਜਦੋਂ ਬਾਣੀ ਨੂੰ ਪੜ੍ਹੀਏ ਤੇ ਬਾਣੀ ਕਹਿੰਦੀ ਹੈ ਬਿਲਕੁਲ ਹੈ ਤੇ ਉਹੀ ਹੈ, ਪਰ ਜਿਹੜੇ ਬਹੁਤ ਥੋੜ੍ਹੇ ਬਸ਼ਰ ਮਨੁੱਖ ਹੁੰਦੇ ਨੇ ਜਿਹੜੇ ਇਹਦੇ ਬਾਰੇ ਚੇਤਨ ਹੁੰਦੇ ਨੇ, ਈਵਨ ਆਮ ਸੇਇੰਗ, ਮੈਂ ਹੀ ਗੱਲ ਕਰ ਰਿਹਾ ਹਾਂ, ਮੈਂ ਸੁਣ ਕੇ ਕਰ ਰਿਹਾ, ਪੜ੍ਹ ਕੇ ਕਰ ਰਿਹਾ, ਇੰਟਲੈਕਚੁਅਲ ਸਾਈਡ ਤੋਂ ਇਸ ਰੂਪ ਵਿੱਚ ਕਰ ਰਿਹਾ, ਐਕਸਪੀਰੀਅੰਸ ਦੀ ਸਾਈਡ 'ਤੇ ਨਹੀਂ ਹੈਗਾ ਮੇਰੇ ਕੋਲ। ਜਿਹੜਾ ਉਹ ਚੀਜ਼ ਆ ਉਹਨੂੰ ਕਿਹਾ ਜਾਂਦਾ ਹੈ ਬੰਦੇ ਦੇ ਚਿੱਤ ਵਿੱਚ ਆ ਵਸ ਜਾਣਾ, ਚਿਤਵਣੀ ਵਿੱਚ, ਉਹ ਬਿਲਕੁਲ ਉਸਨੂੰ ਕੌਨਸ਼ੀਅਸ ਲੈਵਲ 'ਤੇ ਉਹਨੂੰ ਫੀਲ ਕਰੇ, ਐਕਸਪੀਰੀਅੰਸ ਕਰ ਸਕੇ ਉਸ ਚੀਜ਼ ਨੂੰ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ 'ਚ ਕੋਈ ਵਿਰਲਾ ਆ ਜਿਹਦੀ ਚਿਤਵਣੀ ਦੇ ਵਿੱਚ ਜਿਹੜੀ ਉਹ ਰੀਅਲ ਕੌਨਸ਼ੀਅਸ ਲੈਵਲ ਆ ਉਹਦੇ ਵਿੱਚ ਉਹਦੀ ਮੌਜੂਦਗੀ ਹੈ। ਇਸ ਸਾਰੇ ਵਾਸਤੇ ਫਿਰ ਸਾਨੂੰ ਆਪਣੇ ਆਪ ਨੂੰ ਦੱਸਣਾ ਪੈਂਦਾ, ਦੁਹਰਾਉਣਾ ਪੈਂਦਾ, ਕਹਿਣਾ ਪੈਂਦਾ, ਇਹ ਚੀਜ਼ਾਂ ਹੁੰਦੀਆਂ ਨੇ।
ਇਹ ਵੀ ਦੇਖੋ ਰਿਐਲਿਟੀ ਦੇ ਵਿੱਚ ਇਹ ਚੀਜ਼ਾਂ ਇਸ ਤਰ੍ਹਾਂ ਕੰਮ ਕਰਦੀਆਂ। ਸਾਡੀ ਮੈਮਰੀ ਕੀ ਹੈ? ਕੁਝ ਮੈਮਰੀਜ਼ ਜਿਹੜੀਆਂ ਨੇ ਇਹ ਇਹਦੀਆਂ ਪੋਕਟਸ ਨੇ ਸਾਡੇ ਦੇ ਵਿੱਚ, ਉਸ ਰੂਪ ਦੇ ਵਿੱਚ। ਇਹਨੂੰ ਇਸ ਤਰ੍ਹਾਂ ਵੀ ਦਾਨੇ ਲੋਕਾਂ ਨੇ ਬਿਆਨ ਕੀਤਾ ਹੈ ਕਿ ਸਪੋਜ਼ ਕਰੋ ਸਾਡਾ ਜਿਹੜਾ ਬਹੁਤ ਛੋਟਾ ਜਿਹਾ ਐਗ ਸੀਗਾ, ਜਿਹੜਾ ਜਿੱਥੋਂ ਸਾਡੀ ਲਾਈਫ ਸ਼ੁਰੂ ਹੋਈ, ਉਹਦੇ ਨਾਲ ਕੁਝ ਮੈਮਰੀ ਵੀ ਕੈਰੀ ਹੋਈ। ਉਸ ਐਗ ਦੇ ਵਿੱਚ, ਉਸ ਬੀਜ ਵਿੱਚ ਇਹ ਚੀਜ਼ ਮੌਜੂਦ ਸੀਗੀ, ਮੇਰਾ ਕਲਰ ਕਿਵੇਂ ਦਾ ਹੋਣਾ ਆ, ਮੇਰਾ ਨੱਕ ਕਿਵੇਂ ਦਾ ਬਣਨਾ ਆ, ਮੇਰੀਆਂ ਅੱਖਾਂ ਕਿਵੇਂ ਦੀਆਂ ਹੋਣਗੀਆਂ, ਮੇਰਾ ਬਾਡੀ ਸਟਰਕਚਰ ਪੂਰਾ ਕਿਵੇਂ ਦਾ ਹੋਏਗਾ। ਉਹ ਸਾਰਾ ਕੁਝ ਉਹਦੇ 'ਚ ਪੂਰਾ ਉਹਨੂੰ ਮੈਮਰੀ ਦੇ ਤੌਰ 'ਤੇ ਫੀਡ ਸੀਗਾ ਸਭ ਕੁਝ, ਅਤੇ ਉਹੀ ਸਭ ਕੁਝ ਹੋਇਆ ਉਸ ਤਰੀਕੇ ਦੇ ਨਾਲ, ਉਸ ਰੂਪ ਦੇ ਅੰਦਰ। ਫਿਰ ਸਾਡੇ ਮੇਰੇ ਬਾਡੀ ਦੇ ਅੰਗ ਜਿਹੜੇ ਨੇ, ਜਿੰਨੇ ਪਾਰਟਸ ਨੇ, ਇਹਨਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਬ੍ਰੇਨ ਦਾ ਇੱਕ ਪੂਰਾ ਦਾ ਪੂਰਾ ਮੈਮਰੀ ਪ੍ਰੋਗਰਾਮ ਬਣਿਆ ਹੋਇਆ ਹੈਗਾ ਆ। ਸਪੋਜ਼ ਜਿਸ ਨੂੰ ਕੋਈ ਥੋੜ੍ਹੀ ਬਹੁਤੀ ਕੋਈ ਡਾਈਜੈਸਟਿਵ ਸਿਸਟਮ ਦਾ ਇਸ਼ੂ ਹੈਗਾ, ਕੋਈ ਹੈਗਾ ਕਿਸੇ ਰੂਪ ਦੇ ਵਿੱਚ, ਉਹ ਜਿਹੜਾ ਉਸ ਕਿਸਮ ਦਾ ਫੂਡ ਖਾਏਗਾ, ਕਿਉਂਕਿ ਹੈ ਤਾਂ ਖੇਡ ਤੇ ਸਾਰੀ ਬਾਡੀ ਦੀ ਮੈਮਰੀ ਦੀ। ਜਿਵੇਂ ਸਪੋਜ਼ ਕਰੋ ਕਿਸੇ ਦੀ ਬਾਡੀ 'ਚ ਇਹੋ ਜਿਹੇ ਕੈਮੀਕਲ ਪ੍ਰੋਡਿਊਸ ਹੁੰਦੇ ਨੇ ਜਿਹੜੇ ਕਿਸੇ ਫੂਡ ਤੋਂ ਐਲਰਜੀ ਜਿਹੜੀ ਹੈਗੀ ਉਹ ਹੋ ਜਾਂਦੀ ਹੈ, ਇੱਕ ਅਲਸਰ ਹੋ ਜਾਂਦਾ, ਕੁਛ ਹੋ ਜਾਂਦਾ, ਰਾਈਟ ਵਿੱਚ ਹੀ ਰਿਐਕਟ ਕਰਨੀ ਸ਼ੁਰੂ ਕਰੇਗੀ। ਉਹਨੂੰ ਪੱਕਾ ਬਿਲਕੁਲ ਤੁਸੀਂ ਭੁੱਲ ਜਾਓ, ਤੁਹਾਨੂੰ ਨਾ ਯਾਦ ਰਹੇ ਵੀ ਉਹ ਆ ਫੂਡ, ਪਰ ਬਾਡੀ ਨਹੀਂ ਭੁੱਲੀ, ਉਹਨੂੰ ਬਿਲਕੁਲ ਯਾਦ ਹੈ ਵੀ ਉਹ ਰੋਂਗ ਫੂਡ ਇਜ਼ ਕਮਿੰਗ ਇਨਸਾਈਡ, ਸੋ ਰਿਐਕਟ ਔਨ ਇਟ। ਸੋ ਇਹ ਵੀ ਇੱਕ ਲੈਵਲ ਹੈ ਇਸ ਤਰੀਕੇ ਦੇ ਨਾਲ। ਫਿਰ ਅਸੀਂ ਜਿਹੜੀ ਜਿੰਨੀ ਤਾਲੀਮ ਹੈ, ਐਜੂਕੇਸ਼ਨ ਆ, ਜੋ ਕੁਝ ਅਸੀਂ ਦੁਨੀਆ 'ਤੇ ਕਰਦੇ ਹਾਂ, ਅਸੀਂ ਸਿੱਖਦੇ ਹਾਂ। ਆਪ ਦੇਖੋਗੇ ਜਿਹੜੀ ਸਾਡੀ ਮਾਤਰ ਬੋਲੀ ਹੈ, ਜਿਹੜੀ ਸਾਡੀ ਮਾਂ ਭਾਸ਼ਾ ਆ, ਉਹ ਤਾਂ ਪੰਜਾਬੀ ਹੈ। ਉਸ ਪੰਜਾਬ ਦੇ ਖਿੱਤੇ 'ਚ ਪੈਦਾ ਹੋਏ ਹਾਂ ਉੱਥੇ, ਪਰ ਉਹਦੇ ਬਾਅਦ ਅਸੀਂ ਬਕਾਇਦਾ ਤੌਰ 'ਤੇ ਫੋਰਨ ਲੈਂਗੁਏਜ ਸਿੱਖੀ, ਰੱਟੇ ਲਾ ਲਾ ਕੇ, ਪੜ੍ਹ ਕੇ, ਇਹ ਪੂਰੀ ਤਰ੍ਹਾਂ ਉਸ ਲੈਵਲ 'ਤੇ ਮੈਮਰੀ ਡਿਵੈਲਪ ਕੀਤੀ ਉਹਦੇ ਨਾਲ। ਜਦੋਂ ਅੱਜ ਅਲਜ਼ਾਈਮਰ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਉਸ ਕਿਸਮ ਦੇ ਨਾਲ ਮੈਮਰੀ ਰਿਲੇਟਡ ਸਾਡੇ ਕੋਲ ਇਹੋ ਜਿਹੇ ਇਸ਼ੂਜ਼ ਅਸੀਂ ਲਗਾਤਾਰ ਸਟੱਡੀ ਕਰਦੇ ਹਾਂ, ਪਤਾ ਲੱਗਦਾ ਹੈ ਕਿ ਉਹਦੇ ਅੰਦਰ ਜਦੋਂ ਮੈਮਰੀਜ਼ ਬੰਦੇ ਦੀ ਲਾਸ ਹੁੰਦੀ ਹੈ, ਜਾਂਦੀ ਹੈਗੀ ਹੈ, ਜਿਹੜੀ ਚੀਜ਼ ਸਿੱਖੀ ਹੋਈ ਹੈ, ਜਿਹੜੀ ਖਾਸ ਕਰ ਜਿਵੇਂ ਕੋਈ ਲੈਂਗੁਏਜ ਕਿਸੇ ਨੇ ਸਿੱਖੀ ਹੈ, ਕੋਈ ਸਕਿੱਲ ਸਿੱਖੀ ਹੈ, ਸਭ ਤੋਂ ਪਹਿਲਾਂ ਉਹ ਜਾਂਦੀ ਹੈ। ਕਿਉਂਕਿ ਉਹਦਾ ਜਿਹੜਾ ਉਹਦੀ ਜਿਹੜੀ ਸਾਡੀ ਮੈਮਰੀ ਦੇ ਨਾਲ, ਰੀਅਲ ਮੈਮਰੀ ਜਿਹੜੀ ਸਾਡੇ ਅੰਦਰ ਦੀ ਕਹਿ ਲਓ ਕਿ ਜਿਹੜੇ ਸਾਡੇ ਨਿਊਰੋ ਟਰਾਂਸਮੀਟਰਸ ਹੈਗੇ ਨੇ, ਉਹਨਾਂ ਦੇ ਨਾਲ ਉਹਦੀ ਰਿਲੇਸ਼ਨਸ਼ਿਪ ਬਹੁਤ ਡਾਢੀ ਨਹੀਂ ਹੁੰਦੀ, ਬੜੀ ਓਪਰੀ ਜਿਹੀ ਹੁੰਦੀ, ਪੇਤਲੀ ਜੀ, ਉਤਰ ਜਾਂਦੀ ਨਾਲ ਦੇ ਨਾਲ। ਜੇ ਸਪੋਜ਼ ਕਰੋ ਸਿੱਖੀ ਹੋਈ ਲੈਂਗੁਏਜ ਹੀ ਉਤਰ ਗਈ ਬੰਦੇ ਦੀ, ਸਿੱਖੀਆਂ ਹੋਈਆਂ ਕੁਝ ਗੱਲਾਂ, ਕੁਝ ਬੜੇ ਲੋਕ ਨੇ ਕੁਝ ਵਾਰ ਛੋਟੇ ਹੁੰਦਿਆਂ ਕੁਝ ਕਵਿਤਾਵਾਂ ਯਾਦ ਕਰ ਲੈਂਦੇ, ਗੀਤ ਯਾਦ ਕਰ ਲੈਂਦੇ, ਕੁਝ ਇਹੋ ਜਿਹੀਆਂ ਚੀਜ਼ਾਂ ਵਕਤ ਦੇ ਨਾਲ ਦੁਹਰਾਉਂਦੇ ਨਹੀਂ, ਉਹਨਾਂ ਨੂੰ ਯਾਦ ਨਹੀਂ ਕਰਦੇ, ਰਿਪੀਟ ਨਹੀਂ ਕਰਦੇ, ਰੈਪੀਟੀਸ਼ਨ ਨਹੀਂ ਹੁੰਦੀ, ਜਿਹਨੂੰ ਅਸੀਂ ਡਰਿਲਿੰਗ ਕਹਿੰਦੇ, ਉਹ ਨਹੀਂ ਕਰਦੇ, ਭੁੱਲ ਜਾਂਦੇ। ਮੁੜ ਕੇ ਕੋਈ ਹੋਰ ਪੜ੍ਹਦਾ, ਯਾਦ ਕਰਦਾ, ਫਿਰ ਕਹਿੰਦੇ ਓਹੋ ਇਹ ਤਾਂ ਮੈਨੂੰ ਯਾਦ ਹੁੰਦੀ ਸੀ, ਮੈਨੂੰ ਪਤਾ ਸੀਗਾ। ਇਸ ਤਰੀਕੇ ਦੇ ਨਾਲ ਐਗਜ਼ੈਕਟਲੀ ਬੰਦੇ ਦੇ ਵਿੱਚ, ਜਿਵੇਂ ਸਪੋਜ਼ ਅਮਰੀਕਨ ਇਲੈਕਸ਼ਨ ਦੀ ਅਸੀਂ ਬਿਲਕੁਲ ਦਹਿਲੀਜ਼ 'ਤੇ ਖੜ੍ਹੇ ਹਾਂ, ਪਿਛਲੇ 10-15 ਸਾਲਾਂ ਦੇ ਵਿੱਚ ਅਮਰੀਕਨ ਸੁਸਾਇਟੀ ਇਤਨੀ ਵੱਡੇ ਲੈਵਲ 'ਤੇ ਚੇਂਜ ਆਇਆ ਹੈ ਕਿ ਸੋਚਿਆ ਵੀ ਨਹੀਂ ਜਾ ਸਕਦਾ, ਜਿਹਦੇ ਵਿੱਚ ਸ਼ੁਰੂਆਤ 9/11 ਤੋਂ ਹੁੰਦੀ ਹੈ, ਜਿਹੜਾ ਇਸਲਾਮੋਫੋਬੀਆ ਆਉਣਾ ਸ਼ੁਰੂ ਹੁੰਦਾ ਆ, ਫਿਰ ਐਂਟੀ ਇਮੀਗ੍ਰੈਂਟ ਸੈਂਟੀਮੈਂਟਸ ਆਉਂਦੇ ਨੇ, ਫਿਰ ਹੋਰ ਇਸ਼ੂਜ਼ ਆਉਣੇ ਸ਼ੁਰੂ ਹੁੰਦੇ ਨੇ, ਫਿਰ ਇੱਕ ਲੈਵਲ ਕਰਦਿਆਂ ਅੱਜ ਉਸ ਲੈਵਲ 'ਤੇ ਆ ਕੇ ਖੜ ਗਏ ਜਿੱਥੇ ਬਿਲਕੁਲ ਮਲੇਸ਼ੀਆ ਗਰੁੱਪ ਬਣ ਗਏ ਇੱਕ ਸੁਸਾਇਟੀ ਦੇ ਵਿੱਚ। ਵਾਈਟ ਸੁਪਰਮੇਸੀ ਵਾਲੇ ਗਰੁੱਪ ਹੈਗੇ ਨੇ, ਕੁਝ ਬਲੈਕ ਲਾਈਵਜ਼ ਮੈਟਰਸ ਵਾਲੇ ਗਰੁੱਪ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਹੋ ਗਈਆਂ। ਇਹ ਕੀ ਹੈ? ਲਗਾਤਾਰ ਇਹੋ ਜਿਹੀ ਬਾਤ, ਇਹੋ ਜਿਹੇ ਵਿਚਾਰ, ਖਿਆਲ, ਸੋਚ, ਇਹੋ ਜਿਹੇ ਥਾਟਸ ਦੀ ਐਡਵੋਕੇਸੀ ਕੀਤੀ ਗਈ, ਉਹਨਾਂ ਨੂੰ ਲਗਾਤਾਰ ਪ੍ਰੈਜ਼ੈਂਟ ਕੀਤਾ ਗਿਆ, ਲੋਕਾਂ ਦੇ ਓਪੀਨੀਅਨ ਬਿਲਡ ਕਰ ਦਿੱਤੇ ਗਏ, ਲੋਕੀ ਓਪੀਨੀਅਨ ਸਾਈਡਸ ਤੋਂ ਉਸ ਤਰੀਕੇ ਦੇ ਨਾਲ ਜਿਹੜਾ ਹੋਇਆ ਕਿ ਉਹ ਤੁਸੀਂ ਦੇਖੋ ਪੋਲਰਾਈਜੇਸ਼ਨ ਹੋ ਗਈ, ਵੰਡੇ ਗਏ। ਤੇ ਇਹ ਵੀ ਕਿਹਾ ਜਾ ਰਿਹਾ, ਸਪੋਜ਼ ਕਰੋ ਆਉਂਦੇ ਕੱਲ ਜਿਹੜਾ ਹੈਗਾ ਟਰੰਪ, ਜਿਹੜਾ ਪ੍ਰੈਜ਼ੀਡੈਂਟ ਟਰੰਪ ਹਾਰ ਜਾਂਦਾ ਆ, ਕੀ ਤੁਸੀਂ ਸੋਚਦੇ ਹੋ ਅਮਰੀਕਨ ਸੋਸਾਇਟੀ ਚੇਂਜ ਹੋ ਜਾਏਗੀ? ਨੋ ਵੇ। ਤੇ ਜੇ ਜੋ ਬਾਈਡਨ ਜਿੱਤ ਜਾਂਦਾ ਜਾਂ ਉਹ ਹਾਰ ਜਾਂਦਾ ਹੈਗਾ, ਤੇ ਇਹਦੇ ਨਾਲ ਕੀ ਬਿਲਕੁਲ ਇੱਕਦਮ ਸੁਸਾਇਟੀ ਡਰਾਸਟਿਕ ਲੈਵਲ 'ਤੇ ਆ ਜਾਏਗੀ? ਨਹੀਂ, ਪਰ ਜਿਸ ਲਿਟਰਲੀ ਲੈਵਲ 10% ਚੇਂਜ ਹੋ ਰਿਹਾ ਹੈ, ਇਹ ਸਪੀਡ ਥੋੜ੍ਹੀ ਬਹੁਤੀ ਘੱਟ ਜਾਂ ਵੱਧ ਸਕਦੀ ਹੈ, ਵਧੇਗਾ ਉੱਧਰ ਨੂੰ ਹੁਣ ਹੌਲੀ ਹੌਲੀ ਕਰਕੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਬੀਜੀਆਂ ਗਈਆਂ ਮੈਮਰੀਜ਼ ਵਿੱਚ ਲਗਾਤਾਰ ਇਸ ਰੂਪ 'ਚ, ਹਾਂ ਇੱਕਦਮ ਕੋਈ ਵੱਡਾ ਮੂਵ ਆਏ, ਮੂਵਮੈਂਟ ਆ ਜਾਏ,
ਜਿਹੜੇ ਚੰਗੇ ਚੇਂਜ ਆਉਣੇ ਸ਼ੁਰੂ ਹੋ ਜਾਣ 10 15 20 ਸਾਲਾਂ ਦੇ ਵਿੱਚ ਇਹੀ ਸੁਸਾਇਟੀ 'ਚ ਕੁਝ ਤਬਦੀਲੀ ਤੁਸੀਂ ਦੇਖ ਸਕਦੇ ਹੋ। ਮਨੁੱਖਾਂ ਦੀ ਦੁਨੀਆ ਦੇ ਵਿੱਚ ਜਿਹੜਾ ਸਿਮਰਨ ਆ, ਲਗਾਤਾਰ ਚੀਜ਼ਾਂ ਨੂੰ ਸੁਣਨਾ, ਪੜ੍ਹਨਾ, ਪਰਸੀਵ ਕਰਨਾ, ਪ੍ਰੋਸੈਸ ਕਰਨਾ, ਉਹਦੇ ਨਾਲ ਹੀ ਸਭ ਕੁਝ ਬੰਦੇ ਦੇ ਜ਼ਿਹਨ ਵਿੱਚ ਚੀਜ਼ਾਂ ਆਉਂਦੀਆਂ ਨੇ। ਜਿਹੜੀ ਮੈਂ ਸਿਮਰਨ ਦੀ ਬਾਤ ਕਰ ਰਿਹਾ ਸੀਗਾ ਇਹੀ ਹੈ। ਗੁਰੂ ਬਾਬਾ ਜੀ ਨੇ ਕਿਹਾ ਹੈ ਤੇ ਜ਼ਰਰੇ ਜ਼ਰਰੇ 'ਚ ਮੌਜੂਦ, ਪਰ ਜਿਵੇਂ ਸਾਡੀ ਇਸ ਤਰੀਕੇ ਦੇ ਨਾਲ ਸਾਡੀ ਮੈਮਰੀ ਤੇ ਸਾਡਾ ਜਿਹੜਾ ਅੰਦਰਲਾ ਸਿਸਟਮ ਉਹ ਕੰਮ ਕਰਦਾ ਆ, ਉਹਦੇ ਵਿੱਚ ਪੋਸੀਬਿਲਿਟੀ ਹੈ ਬੰਦਾ ਭਗਵਾਨ ਵੀ ਬਣ ਸਕਦਾ, ਬੰਦਾ ਹੈਵਾਨ ਵੀ ਬਣ ਸਕਦਾ, ਬੰਦਾ ਇਨਸਾਨ ਵੀ ਬਣ ਸਕਦਾ, ਬੰਦਾ ਬਿਲਕੁਲ ਪਸ਼ੂ ਵੀ ਬਣ ਸਕਦਾ। ਤੇ ਸਾਰੇ ਨੂੰ ਜੇ ਪਸ਼ੂ ਬਿਰਤੀ ਵਾਲੇ ਪਾਸੇ ਨਹੀਂ ਜਾਣਾ, ਹੈਵਾਨ ਨਹੀਂ ਬਣਨਾ, ਇਨਸਾਨ ਬਣਨਾ ਆ, ਤੇ ਸਭ ਤੋਂ ਬੈਸਟ ਚੀਜ਼ ਹੈ ਸਪਿਰਿਚੁਅਲੀ ਇਹਨੂੰ ਸਪਿਰਿਚੁਅਲਿਟੀ ਦੇ ਨਾਲ ਅੰਗੇਜ ਕਰ ਲਿਆ ਜਾਏ, ਉਹਦੇ ਨਾਲ ਇਹਦੀ ਐਸੋਸੀਏਸ਼ਨ ਬਣਾਈ ਜਾਏ। ਮੈਂ ਤਾਂ ਖੁਦ ਇੱਥੇ ਕਾਫੀ ਸਮੇਂ ਤੋਂ CSC ਨਾਲ, ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਨਾਲ ਕੰਮ ਕਰ ਰਿਹਾ ਹਾਂ, ਤੇ ਵੱਡਾ ਬਜਟ ਗੌਰਮੈਂਟਸ ਖਰਚ ਕਰਦੀ ਹੈ। ਕਾਹਦੇ ਵਾਸਤੇ? ਉਹਨਾਂ ਲੋਕਾਂ ਨੂੰ ਜਿਹੜਾ ਲੋਕਾਂ ਨੇ ਕ੍ਰਾਈਮ ਕਰ ਦਿੱਤਾ ਆ, ਜਿਨ੍ਹਾਂ ਲੋਕਾਂ ਨੂੰ ਸੁਸਾਇਟੀ 'ਚ ਰੱਖਿਆ ਨਹੀਂ ਜਾ ਸਕਦਾ, ਉਹਨਾਂ ਨੂੰ ਬਿਹਾਈਂਡ ਦਾ ਬਾਰਸ ਜੇਲ੍ਹਾਂ 'ਚ ਰੱਖਿਆ ਗਿਆ, ਉਹਨਾਂ ਨੂੰ ਉਸ ਤਰੀਕੇ ਨਾਲ। ਪਰ ਫਿਰ ਕਿਆ ਨਹੀਂ, ਇੱਕ ਦਿਨ ਤਾਂ ਸੁਸਾਇਟੀ 'ਚ ਵਾਪਸ ਲੈ ਕੇ ਆਵਾਂਗੇ ਨਾ ਇਹਨਾਂ ਨੂੰ, ਤੇ ਜਦੋਂ ਲੈ ਕੇ ਆਵਾਂਗੇ ਉਦੋਂ ਇਹਨਾਂ ਨੂੰ ਅਸੀਂ ਇਹਨਾਂ ਦੀ ਕਰੈਕਸ਼ਨ ਕਰਦੇ ਹਾਂ, ਮਤਲਬ ਕਰੈਕਟ ਕਰੀਏ ਇਹਨਾਂ ਨੂੰ, ਕੁਝ ਠੀਕ ਕਰੀਏ ਉਸ ਰੂਪ ਦੇ 'ਚ। ਤੇ ਠੀਕ ਕਿਵੇਂ ਕਰੋਗੇ? ਮੈਨੂੰ ਇੱਕ ਬੁਨਿਆਦੀ ਬੇਨਤੀ ਕਰਕੇ, ਕਿਉਂਕਿ ਜਿਹੜਾ ਸ਼ਬਦ ਆ ਰਿਹਾ ਨਾ ਅੱਜ, ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ, ਆਸਾ ਮਨਸਾ। ਮੈਂ ਇੱਕ ਦਿਨ ਸ਼ਾਇਦ ਬਾਤ ਕੀਤੀ ਹੋਏ, ਦੋ ਹੀ ਬੰਦੇ ਦੀ ਜਿਹੜੀਆਂ ਨੇ ਸਟੇਟ ਆਫ ਮਾਈਂਡ ਦੀ ਜਿਹੜੀਆਂ ਨੇ ਜਿਹੜੀ ਉਹਦੀ ਸਟੇਟ ਹੁੰਦੀ, ਉਹਦੀ ਐਕਚੁਅਲੀ ਸਥਿਤੀ ਹੁੰਦੀ ਹੈ, ਜਾਂ ਬੰਦਾ ਐਕਸਪੈਕਟੇਸ਼ਨ 'ਚ ਜੀ ਰਿਹਾ ਜਾਂ ਫਰਸਟ੍ਰੇਸ਼ਨ 'ਚ ਜੀ ਰਿਹਾ। ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਨੇ, ਜੇ ਉਹ ਮੀਟ ਕਰਦੀਆਂ ਰਹਿਣ, ਫੁੱਲਫਿਲ ਹੁੰਦੀਆਂ ਰਹਿਣ, ਉਹ ਵੱਧਦੀਆਂ ਜਾਂਦੀਆਂ। ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਪੂਰਿਆਂ ਹੁੰਦਿਆਂ ਬੰਦਾ ਨਹੀਂ ਵੇਖਦਾ, ਤੇ ਫਿਰ ਐਕਸਪੈਕਟੇਸ਼ਨ ਜਦੋਂ ਮੀਟ ਨਹੀਂ ਕੀਤੀਆਂ, ਫਿਰ ਇੱਕਦਮ ਕੀ ਹੁੰਦਾ? ਫਰਸਟ੍ਰੇਸ਼ਨ ਆਉਂਦੀ ਹੈ। ਮਤਲਬ ਜਿਹੜੀ ਸੈਟਿਸਫੈਕਸ਼ਨ ਆ ਉਹ ਨਹੀਂ ਹੁੰਦੀ ਬੰਦੇ 'ਚ, ਜਾਂ ਬੰਦਾ ਆਪਣੀ ਐਕਸਪੈਕਟੇਸ਼ਨਸ ਵਧਾਈ ਜਾਂਦਾ। ਦੂਜੇ ਪਾਸੇ ਜਦੋਂ ਨਹੀਂ ਪੂਰੀਆਂ ਆਉਂਦੀਆਂ, ਫਰਸਟ੍ਰੇਸ਼ਨ ਵਧਾਈ ਜਾਂਦਾ। ਆਸਾ ਮਨਸਾ ਦਾ ਇਹ ਕੌਨਸੈਪਟ ਹੈ। ਆਸਾਂ ਰੱਖੀ ਜਾਓਗੇ, ਉਹ ਕੁਝ ਪੁੱਗਣਗੀਆਂ, ਕੁਝ ਨਹੀਂ ਪੁੱਗਣਗੀਆਂ। ਜਦੋਂ ਲੰਬੇ ਸਮੇਂ 'ਚ ਨਹੀਂ ਪੁੱਗਣਗੀਆਂ, ਫਰਸਟ੍ਰੇਸ਼ਨ ਹੋਏਗੀ। ਫਰਸਟ੍ਰੇਸ਼ਨ ਨੂੰ ਫਿਰ ਕਿਵੇਂ ਕੱਢੋਗੇ? ਆਪਨੇ ਕਦੀ ਦੇਖਿਆ, ਤੁਸੀਂ ਕੋਈ ਚੀਜ਼ ਬਣਾ ਰਹੇ ਹੋ, ਬੜੀ ਮਿਹਨਤ ਕਰਕੇ ਤੁਸੀਂ ਕੋਈ ਚੀਜ਼ ਥੋੜੀ ਬਹੁਤੀ ਬਣਾਈ ਹੈ, ਤੇ ਜੋ ਤੁਸੀਂ ਐਂਡ ਰਿਜ਼ਲਟ ਚਾਹੁੰਦੇ ਸੀ ਉਹ ਨਹੀਂ ਮਿਲ ਰਿਹਾ। ਜਿਹੜੀ 2-4 ਘੰਟੇ ਦੀ ਮਿਹਨਤ ਕੀਤੀ, ਬੰਦਾ ਉਹਦੇ ਵੱਲ ਵੀ ਧਿਆਨ ਨਹੀਂ ਦਿੰਦਾ, ਉਹਨੂੰ ਫੜ ਕੇ ਥੱਲੇ ਮਾਰਦਾ, ਚੁੱਕ ਕੇ ਟੁੱਟ ਜਾਂਦੀ ਹੈ। ਆਹ ਕੀ ਬਣਿਆ? ਜੇ ਤੋੜਨੀ ਸੀ ਤੇ 4 ਘੰਟੇ ਕਿਉਂ ਲਗਾਏ, 5 ਘੰਟੇ ਕਿਉਂ ਲਗਾਏ? ਤੇ ਫਰਸਟ੍ਰੇਸ਼ਨ, ਬਾਅਦ 'ਚ ਬਲਕਿ ਹੋਰ ਗਿਲਟ, ਹੋਰ ਪਛਤਾਵਾ ਹੁੰਦਾ, ਆਹ ਕੀ ਕੀਤਾ। ਫਰਸਟ੍ਰੇਸ਼ਨ ਬੜੀ ਖਤਰਨਾਕ ਚੀਜ਼ ਹੈ। ਇਹ ਤੇ ਆਉਣੀ ਵੀ ਬੜੀ ਜ਼ਰੂਰੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਆਪਣੇ ਆਪੇ ਦਾ ਪਤਾ ਨਹੀਂ ਲੱਗਦਾ। ਪਰ ਉਹਦੇ ਲਈ ਬੰਦੇ ਨੂੰ ਸਭ ਤੋਂ ਪਹਿਲਾਂ ਐਕਸਪੈਕਟੇਸ਼ਨ ਜਿਹੜੀਆਂ ਆਸਾਂ ਨੇ, ਭਾਵੇਂ ਆਪਣੇ ਤੋਂ ਤੇ ਭਾਵੇਂ ਆਲੇ ਦੁਆਲੇ ਤੋਂ, ਉਹ ਬੜੀਆਂ ਰੈਸ਼ਨਲਾਈਜ਼ ਕਰਕੇ, ਬੜੀਆਂ ਜਿਹਨੂੰ ਕਿਹਾ ਜਾਏ ਸੈਂਸੀਬਲ ਵੇ ਦੇ ਨਾਲ, ਬੜੇ ਕਾਮਨ ਗਰਾਊਂਡ ਦੇ ਉੱਤੇ ਖੜੇ ਹੋ ਕੇ, ਰਿਐਲਿਟੀ ਦੇ ਨੇੜੇ, ਇਹੀ ਸੱਚਿਆਰ ਹੋਣਾ, ਸੱਚ ਦੇ ਨੇੜੇ ਆ ਕੇ ਕਰਨਾ। ਖੈਰ, ਜਿਹੜੀ ਮੈਂ ਛੋਟੀ ਜਿਹੀ ਬੇਨਤੀ ਕਰਨ ਲੱਗਾ ਸੀ, ਉਸ ਰੂਪ ਵਿੱਚ ਉਹਨੂੰ ਕਹਿ ਕੇ ਤੇ ਫਿਰ ਮੈਂ ਬਚਨ ਤੇ ਆ ਜਾਂਦਾ ਉਸ ਤਰੀਕੇ ਦੇ ਨਾਲ, ਕਿ ਜਿਹੜਾ ਕਰੈਕਸ਼ਨ ਸਰਵਿਸ ਦੀ ਮੈਂ ਗੱਲ ਕਰ ਰਿਹਾ ਸੀਗਾ, ਕਿ ਉੱਥੇ ਸੰਸਾਰ ਕਿਵੇਂ ਚੱਲਦਾ ਆ, ਕਿ ਬੱਚਾ ਆਇਆ ਘਰ ਦੇ ਵਿੱਚ, ਤੇ ਉਹ ਬੱਚਾ TV ਦੇਖਦਾ ਆ, ਜਾਂ ਕਿਤੇ ਆਲੇ ਦੁਆਲੇ ਕੋਈ ਚੀਜ਼ ਇਹੋ ਜਿਹੀ ਵੇਖਦਾ ਆ, ਤੇ ਉਹਦੇ ਨਾਲ ਉਹ ਬੈਡ ਲੈਂਗੁਏਜ ਬੋਲਦਾ ਘਰ ਦੇ ਵਿੱਚ। ਸਪੋਜ਼ ਉਹਨੇ ਨਾ ਕੋਈ ਜਿਹੜਾ ਹੈਗਾ ਬੈਡ ਵਰਡ ਪਿਕ ਕਰ ਲਿਆ, ਉਹ ਬੋਲ ਦਿੱਤਾ, ਜਾਂ ਕੋਈ ਇਹੋ ਜਿਹਾ ਐਕਟ ਕੀਤਾ ਜਿਹੜਾ ਫੈਮਿਲੀ ਮੈਂਬਰਸ ਨੂੰ ਲੱਗਾ ਕਿ ਇਟਸ ਇਨਐਪਰੋਪਰੀਏਟ, ਇਹ ਠੀਕ ਨਹੀਂ ਗਾ। ਤੇ ਉਹਨੂੰ ਫਿਰ ਜਿਹੜੇ ਸਿਆਣੇ ਪਰਿਵਾਰ ਨੇ ਉਹ ਬਿਠਾ ਕੇ ਉਹਨੂੰ ਕਹਿੰਦੇ ਕਿ ਬੇਟਾ, where did you pick this word? Where did you learn this word? You know, what kind of family are we? ਉਹਨੂੰ ਦੱਸਿਆ ਜਾਂਦਾ, ਅਸੀਂ ਪਤਾ ਕੌਣ ਆ, ਸਾਡਾ ਪਰਿਵਾਰ ਕਿਹੜਾ ਆ। ਬੇਟਾ, ਇਹ ਚੀਜ਼ ਸਾਡੇ ਸੋਭਦੀ ਨਹੀਂ, ਅਸੀਂ ਐਵੇਂ ਨਹੀਂ ਕਹਿੰਦੇ। ਬੱਚਾ ਚੀਜ਼ ਪਕੜ ਲੈਂਦਾ, ਹਾਂ ਇਹ ਸਾਡੀ ਫੈਮਿਲੀ ਦੇ ਨਾਲ ਇਹ ਚੀਜ਼ ਜਿਹੜੀ ਹੈ ਉਹ ਮੈਚ ਨਹੀਂ ਕਰਦੀ, ਸੋ ਇਸ ਕਰਕੇ I will not adopt this kind of behavior, these kind of words. ਗੱਲ ਨਹੀਂ ਪੜੀ, ਸੁਧਰ ਗਿਆ। ਜਿਨ੍ਹਾਂ ਫੈਮਲੀਜ਼ ਦੇ ਵਿੱਚ ਕੋਈ ਵੈਲਿਊ ਬੇਸਡ
ਕਲਚਰ ਡਿਵੈਲਪ ਹੋਏ, ਕਲਚਰ ਹੋਏ ਉਸ ਲੈਵਲ ਤੇ, ਉਹ ਫੈਮਲੀਜ਼ ਆਪਣੇ ਆਪ ਤਰੱਕੀ ਕਰਦੀਆਂ ਨੇ। ਪਰ ਹਰ ਬੱਚਾ ਤੇ ਐਵੇਂ ਨਹੀਂ ਨਾ ਹੁੰਦਾ। ਕੁਦਰਤੀ ਤੌਰ ਤੇ ਕੁਝ ਇਹੋ ਜਿਹਾ ਪ੍ਰੋਗਰਾਮ ਬਣਿਆ, ਅੰਦਰ ਪ੍ਰੋਗਰਾਮਿੰਗ ਐਸੀ ਆਈ ਹੈ, ਉਹ ਕਹਿੰਦਾ ਹੂ ਕੇਅਰ, ਆਈ ਵਿਲ ਚੈਲੰਜ, ਆਈ ਡੋਂਟ ਫੋਲੋ ਯੂਰ ਫੈਮਲੀ ਰੂਲਸ ਰੈਗੂਲੇਸ਼ਨਸ ਔਰ ਫੈਮਲੀ ਵੈਲਿਊਜ਼ ਐਟ ਆਲ। ਫਿਰ ਕੀ ਹੁੰਦਾ, ਐਕਸਟੈਂਡਡ ਫੈਮਿਲੀ ਜਿਹੜੀ ਸੁਸਾਇਟੀ ਹੈ ਉਹ ਫਿਰ ਰੋਲ ਪਲੇ ਕਰਦੀ। ਉਹ ਬੱਚਾ ਬਾਹਰ ਕਜ਼ਨਸ ਨਾਲ ਖੇਡਣ ਜਾਂਦਾ, ਫਰੈਂਡਸ ਨਾਲ ਖੇਡਣ ਜਾਂਦਾ, ਸਕੂਲ ਜਾਂਦਾ, ਸਕੂਲ ਵਿੱਚ ਇਹੋ ਜਿਹੇ ਵਰਡ ਬੋਲਦਾ ਹੈ, ਇਹੋ ਜਿਹਾ ਬਿਹੇਵੀਅਰ ਕਰਦਾ ਹੈ। ਸਕੂਲ 'ਚ ਉਹਦੇ ਫਰੈਂਡਸ ਕਹਿੰਦੇ, ਉਹਦੇ ਕਜ਼ਨਸ ਕਹਿੰਦੇ, ਨੋ ਵਟ ਆਰ ਯੂ ਡੂਇੰਗ, ਆਰ ਯੂ ਡਮ, ਆਰ ਯੂ ਮੈਡ, ਆਰ ਯੂ ਐਕਚੁਅਲੀ ਵਟ ਕਾਈਂਡ ਆਫ ਮੈਡਨੈਸ ਆਰ ਯੂ ਕੈਰਿੰਗ, ਦਿਸ ਇਜ਼ ਅਨਐਕਸੈਪਟੇਬਲ। ਉਹਨੂੰ ਪਤਾ ਲੱਗਦਾ ਨੋ ਨੋ ਨੋ, ਇਹ ਸੋਸ਼ਲ ਸੈਟਿੰਗ ਵਿੱਚ ਠੀਕ ਨਹੀਂ ਗਾ। ਇਹ ਬਿਹੇਵੀਅਰ ਘਰ ਦੀ ਚਾਰ ਦੀਵਾਰੀ ਤੇ ਹੋ ਸਕਦਾ ਥੋੜਾ ਬਹੁਤਾ ਹੋ ਜੇ, ਪਰ ਨੋ ਨੋ ਨੋ, ਆਈ ਕੈਨ ਨੋਟ ਬਿਹੇਵ ਲਾਈਕ ਦੈਟ ਇਨ ਸੋਸਾਇਟੀ, ਇਨ ਓਪਨ, ਨੋ ਨੋ। ਬਚ ਗਿਆ। ਪਰ ਹਰ ਬੰਦਾ ਐਵੇਂ ਨਹੀਂ ਹੁੰਦਾ। ਕੁਝ ਲੋਕੀ ਕਹਿੰਦੇ ਨੇ ਹੂ ਕੇਅਰ, ਮੈਂ ਨਹੀਂ ਪਰਵਾਹ ਕਰਦਾ ਕਿਸੇ ਦੀ, ਮੈਂ ਤਾਂ ਐਵੇਂ ਹੀ ਬੋਲਾਂਗਾ। ਜਦੋਂ ਲੌਂਗ ਰਨ 'ਚ ਕੋਈ ਬੰਦਾ ਐਵੇਂ ਬਿਹੇਵ ਕਰਦਾ, ਉਹਨੂੰ ਫਿਰ ਪਤਾ ਕੀ ਅਸੀਂ ਕਹਿੰਦੇ ਹਾਂ, ਹੀ ਔਰ ਸ਼ੀ ਇਜ਼ ਐਂਟੀ ਸੋਸ਼ਲ ਐਲੀਮੈਂਟ। ਇਹ ਫਿੱਟ ਨਹੀਂ ਹੁੰਦਾ। ਫੈਮਿਲੀ 'ਚ ਤਾਂ ਫਿੱਟ ਪਹਿਲੇ ਨਹੀਂ ਹੋ ਰਿਹਾ, ਹੁਣ ਸੁਸਾਇਟੀ 'ਚ ਵੀ ਫਿੱਟ ਨਹੀਂ ਹੋ ਰਿਹਾ। ਜਦੋਂ ਸੁਸਾਇਟੀ 'ਚ ਐਂਟੀ ਸੋਸ਼ਲ ਐਲੀਮੈਂਟ ਆਏਗਾ, ਉਹ ਹੁਣ ਕਿਵੇਂ ਫਿੱਟ ਹੋਏਗਾ। ਦੇਖੋ ਨਾ ਕਿਊਬੈਕ ਦੇ ਵਿੱਚ ਜੋ ਕੀਤਾ, ਇੱਕ ਤਰ੍ਹਾਂ ਦਾ ਹੈਲੋਵਿਨ ਹੋ ਰਹੀ ਹੈ ਅਤੇ ਡਰਨ ਡਰਾਉਣ ਦੀ ਗੱਲ ਹੋ ਰਹੀ ਹੈ, ਅਤੇ ਇੱਕ ਉਸ ਲੈਵਲ 'ਤੇ ਬਰੂਟਲ ਐਕਟ ਕਰਨ ਲਈ ਚਲਾ ਗਿਆ ਬੰਦਾ। ਇੱਥੇ ਫਿਰ ਅਥਾਰਟੀਜ਼ ਇਨਵੋਲਵ ਹੁੰਦੀਆਂ ਨੇ। ਉਹ ਕਹਿੰਦੇ ਨੋ ਨੋ ਐਨੀ ਮੋਰ, ਤੂੰ ਫੈਮਿਲੀ ਇਨਵਾਇਰਮੈਂਟ 'ਚ ਫਿੱਟ ਨਹੀਂ ਆਇਆ, ਸੋਸ਼ਲ ਇਨਵਾਇਰਮੈਂਟ 'ਚ ਫਿੱਟ ਨਹੀਂ ਆਇਆ। ਹੁਣ ਭਈ ਤੇਰੀ ਸੋਸਾਇਟੀ ਜਗ੍ਹਾ ਨਹੀਂ ਹੈਗੀ, ਹੁਣ ਤੈਨੂੰ ਅਥਾਰਟੀਜ਼ ਲੈ ਜਾਣਗੀਆਂ। ਇਹ ਤਾਂ ਚਲੋ ਬੜਾ ਡਰਾਸਟਿਕ ਸੀਗਾ ਉਸ ਤਰੀਕੇ ਦੇ ਨਾਲ। ਕਈ ਵਾਰ ਛੋਟੇ ਛੋਟੇ ਐਕਟ ਵੀ ਬੰਦਾ ਕਰਦਾ, ਕਿਸੇ ਨੂੰ ਫਿਜ਼ੀਕਲ ਅਸਾਲਟ ਕਰ ਦਿੰਦਾ ਹੈ, ਕਿਸੇ ਨੂੰ ਵਰਬਲ ਅਸਾਲਟ ਕਰ ਦਿੰਦਾ ਹੈ, ਕਿਸੇ ਨੂੰ ਥ੍ਰੈਟ ਕਰ ਦਿੰਦਾ, ਫਿਰ ਅਥਾਰਟੀਜ਼ ਆ ਕੇ ਵਾਰਨਿੰਗ ਦੇ ਜਾਂਦੀਆਂ, ਪਕੜ ਲੈ ਜਾਂਦੀਆਂ। ਇਸ ਤਰੀਕੇ ਨਾਲ ਅਥਾਰਟੀਜ਼ ਵਾਰ-ਵਾਰ ਐਵੇਂ ਆਪਣਾ ਰੋਲ ਪਲੇ ਕਰਦੀਆਂ। ਉਹਦੇ ਨਾਲ ਬੰਦੇ ਨੂੰ ਅਹਿਸਾਸ ਹੋ ਜਾਂਦਾ ਵੀ ਨੋ ਨੋ ਨੋ, ਦੈਟਸ ਯੂ ਨੋ ਆਈ ਹੈਵ ਟੂ ਫੇਸ ਕੌਨਸੀਕੁਐਂਸਿਸ, ਦੋ ਆਈ ਕੈਨ ਨੋਟ ਐਕਚੁਅਲੀ tolerate, or I cannot go through with these kind of punishment, so I have to change myself. ਚੇਂਜਿਸ ਆ ਗਏ ਕੁਛ। ਕਈ ਐਸੇ ਵੀ ਨਹੀਂ ਹੁੰਦੇ, ਕਈ ਕਹਿੰਦੇ ਹੂ ਕੇਅਰ, ਮੈਂ ਅਥਾਰਟੀਜ਼ ਦੀ ਪਰਵਾਹ ਕਰਦਾ, ਬਲਕਿ ਹੋਰ ਜ਼ਿਆਦਾ ਉਸ ਤਰੀਕੇ ਨਾਲ। ਹੁਣ ਐਸਾ ਬੰਦਾ ਜਿਹੜਾ ਆ ਲਗਾਤਾਰ ਜਿਹੜਾ ਐਵੇਂ ਕਰੇਗਾ, ਉਹਦੇ ਲਈ ਅਖੀਰ ਜਿਹੜੀ ਜਗ੍ਹਾ ਕਿਹੜੀ ਬਚੇਗੀ, ਪ੍ਰਿਜ਼ਨ, ਜੇਲ੍ਹ ਭੇਜਤਾ ਉਹਨੂੰ। ਹੁਣ ਉਹ 'ਤੇ ਬੰਦਾ ਐਂਟੀ ਸੋਸ਼ਲ ਐਲੀਮੈਂਟ ਹੈਗਾ, ਉਹ 'ਤੇ ਫੈਮਿਲੀ ਵੈਲਿਊਜ਼, ਫੈਮਿਲੀ ਇਨਵਾਇਰਮੈਂਟ 'ਤੇ ਫਿੱਟ ਹੀ ਨਹੀਂ ਬਹਿ ਸਕਦਾ। ਅਥਾਰਟੀਜ਼ ਉਹਨੂੰ ਕਹਿੰਦੀਆਂ ਨੇ ਵੀ ਨੋ, ਅਸੀਂ ਇਹਦੀ ਟੇਕ ਕੇਅਰ ਨਹੀਂ ਕਰ ਸਕਦੇ ਬਾਹਰ, ਇਹਨੂੰ ਪ੍ਰਿਜ਼ਨ 'ਚ ਹੀ ਰੱਖੋ। ਉੱਥੇ ਫਿਰ ਬੁਲਾਇਆ ਜਾਂਦਾ ਹੈ ਕੁਝ ਪ੍ਰੋਫੈਸ਼ਨਲਸ ਨੂੰ, ਉੱਥੇ ਰਿਸੋਰਟਸ ਆਫ ਜਸਟਿਸ ਪ੍ਰੋਗਰਾਮ ਚੱਲਦੇ ਨੇ, ਉੱਥੇ ਕੁਝ ਇਹੋ ਜਿਹੇ ਪ੍ਰੋਗਰਾਮ ਚੱਲਦੇ ਨੇ ਜਿਹਦੇ ਨਾਲ ਉਹਨੂੰ ਪੜ੍ਹਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ। ਫਿਰ ਉਹ ਸਾਰੇ ਦੇ ਵਿੱਚ ਉਹ ਕਹਿੰਦੇ ਇੱਕ ਕੰਮ ਕਰੋ, ਇਹਨਾਂ ਨੂੰ ਸਪਿਰਿਚੁਅਲਿਟੀ ਨਾਲ ਅੰਗੇਜ ਕਰੋ। ਇਹਨਾਂ ਨੂੰ ਮਾਂ ਬਾਪ ਦਾ ਡਰ ਨਹੀਂ ਸੀਗਾ, ਇਹਨਾਂ ਨੂੰ ਸੁਸਾਇਟੀ ਦੇ ਜਿਹੜੇ ਨੋਰਮਸ ਐਬ ਨੋਰਮਸ ਉਹਨਾਂ ਦਾ ਡਰ ਨਹੀਂ ਸੀਗਾ, ਇਹਨਾਂ ਨੂੰ ਅਥਾਰਟੀਜ਼ ਦੇ ਲੀਗਲ ਸਿਸਟਮ ਦਾ ਡਰ ਨਹੀਂ ਸੀਗਾ। ਜੇ ਹੁੰਦਾ ਤਾਂ ਇਹ ਕੰਮ ਕਰਦੇ। ਇਹ ਸਾਰੇ ਡਰ ਤੋਂ ਆਜ਼ਾਦ ਹੋ ਗਏ, ਅਤੇ ਇਹ ਤੇ ਬਿਲਕੁਲ ਐਸੀ ਜਗ੍ਹਾ ਆ ਗਏ ਕਿ ਇਹ ਕਹਿੰਦੇ ਸੀ ਤੇ ਬਿਲਕੁਲ ਨਿਡਰ ਹੋ ਗਏ, ਪਰਵਾਹ ਹੀ ਨਹੀਂ ਕਰਦੇ। ਇਹਨਾਂ ਨੂੰ ਹੁਣ ਫਿਰ ਦੁਬਾਰਾ ਕਿਸੇ ਤਰੀਕੇ ਨਾਲ ਅਕਾਊਂਟੇਬਲ ਬਣਾਇਆ ਜਾਏ। ਕਿਵੇਂ ਬਣਾਓਗੇ? ਇਹਨਾਂ ਨੂੰ ਧਰਮ ਸਿਖਾਓ, ਰੱਬ ਦਾ ਪੈ ਲਿਆਓ ਇਹਨਾਂ ਦੇ ਹਿਰਦੇ 'ਚ। ਇਹਨਾਂ ਨੂੰ ਕਹੋ ਜੋ ਕਰਦੇ ਹੋ ਅਕਾਊਂਟੇਬਿਲਿਟੀ ਤਾਂ ਆਵੇਗੀ ਤੁਹਾਡੀ, ਤੁਹਾਡਾ ਜ਼ਮੀਰ, ਤੁਹਾਡੀ ਕੌਂਸ਼ੀਅਸ, ਅਤੇ ਕੌਂਸ਼ੀਅਸ ਬੈਠਾ ਹੋਇਆ ਸਾਰ ਦਾ ਅਕਾਲ ਪੁਰਖ ਵਾਹਿਗੁਰੂ ਪੁੱਛੇਗਾ। ਇਹ ਧਰਮ ਦਾ ਮੁੱਖ ਆਸ਼ਾ ਆ। ਜਿਹਦੇ ਹਿਰਦੇ ਘਰ ਦੇ ਵਿੱਚ ਜਿਸ ਜੀਵਾਤਮਾ, ਜਿਸ ਸਪਿਰਿਟ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਅਵੇਅਰ ਕਰ ਲਿਆ, ਅਵੇਅਰਨੈਸ ਆ ਗਈ, ਉਹਦੀਆਂ ਆਸਾਂ ਮਨਸਾਂ ਜਿਹੜੀਆਂ ਨੇ ਨਾ ਉਹ ਪੂਰੀਆਂ ਹੋ ਗਈਆਂ। ਭਾਵ ਜਿਹੜੀਆਂ ਡਿਜ਼ਾਇਰਸ, ਇੰਤਹਾ ਦੀਆਂ ਡਿਜ਼ਾਇਰਸ, ਖਾਸ਼ਾਂ ਬੰਦਾ ਅੰਦਰ ਪਾਲ ਕੇ ਅਤੇ ਉਹਨਾਂ ਦੀ ਪੂਰਤੀ ਵਾਸਤੇ ਗਲਤ ਸਹੀ ਸਭ ਕਰਨ ਲਈ ਤਿਆਰ ਹੋ ਜਾਂਦਾ ਹੈ, ਅਤੇ ਮੁੜ ਕੇ ਪਛਤਾਉਂਦਾ ਹੈ, ਰੋਂਦਾ ਹੈ, ਕਲਪਦਾ ਹੈ। ਗੁਰੂ ਬਾਬਾ ਜੀ ਕਹਿੰਦੇ ਸਭ ਚੀਜ਼ਾਂ ਤੋਂ ਬਾਹਰ ਆ ਜਾਏਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਵਰ ਪਾਇੜਾ ਬਾਲੜੀਏ, ਮੇਰੀ ਜੀਵਾਤਮਾ ਨੂੰ ਉਸ ਵਰ ਨੂੰ ਪਾ ਲਿਆ, ਉਸ ਸਪਿਰਿਟ ਨਾਲ ਸਾਂਝ ਬਣਾ ਲਈ, ਆਸਾ ਮਨਸਾ ਪੂਰੀ ਰਾਮ। ਹੁਣ ਨਾ ਉਸ ਲੈਵਲ ਦੀਆਂ ਅਨਲਿਮਿਟਿਡ ਐਕਸਪੈਕਟੇਸ਼ਨਸ ਨੇ, ਨਾ ਉਸ ਕਿਸਮ ਦੀ ਜਿਹੜੀ ਵਰਸ ਫਰਸਟ੍ਰੇਸ਼ਨ ਆ, ਦੋਨੋਂ ਹੀ ਖਤਮ ਹੋ ਗਈਆਂ। ਬਾਹਰ ਆ ਗਿਆ। ਜੀਵਨ ਦਾ ਇੱਕ ਐਸਾ ਰੰਗ ਮਾਣ ਰਿਹਾ ਵਾਂ ਜਿਹਦੇ 'ਚ ਸੰਤੁਸ਼ਟੀ ਹੈ। ਆਪਣਾ ਅਮਲ ਕਰਮ ਕਰ ਰਿਹਾ, ਪਰ ਮਾਲਕ ਦੇ ਉਸ ਪਾਸੇ ਸ਼ੁਕਰਗੁਜ਼ਾਰ ਆ। ਉਹਦੀ ਬਾਤ ਹੋ ਗਈ। ਅਗਲਾ ਬਚਨ ਲਿਖਿਆ, ਪਿਰ ਰਾਵੇ ਅੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ। ਪਿਰ ਰਾਵੇ ਅੜੀ, ਇਹ ਜੀਵਾਤਮਾ ਹੁਣ ਪਿਰ ਨੂੰ ਰਾਵ ਰਹੀ ਹੈ, ਪਿਰ ਨੂੰ ਰਾਵ ਰਹੀ ਹੈ।
ਅਸੀਂ ਹਰ ਚੀਜ਼ ਨੂੰ ਕੁਝ ਨਾ ਕੁਝ ਇਸ ਤਰੀਕੇ ਨਾਲ ਐਕਸੈਪਟ ਜਾਂ ਅਡੋਪਟ ਕਰਦੇ ਹਾਂ, ਉਹਨੂੰ ਉਹਦਾ ਰਵਨ ਕਰਦੇ ਹਾਂ ਅਸੀਂ। ਜਿਵੇਂ ਸਪੋਜ਼ ਕਰੋ ਗੱਲ ਹੀ ਇੱਕ ਛੋਟੀ ਜਿਹੀ ਬਾਤ, ਕਿਉਂਕਿ ਸਾਡੀ ਚੋਇਸ ਜਿਹੜੀ ਹੈ ਨੈਗੇਟਿਵ ਜ਼ਿਆਦਾ ਹੋ ਜਾਂਦੀ ਹੈ। ਸਪੋਜ਼ ਤੁਸੀਂ ਘਰ ਬੈਠੇ ਸੀ ਜਾਂ ਕੰਮ 'ਤੇ ਅਸੀਂ ਕਿਸੇ ਜਗ੍ਹਾ 'ਤੇ ਕਿਸੇ ਸੈਟਿੰਗ ਵਿੱਚ ਸੀਗੇ, ਉੱਥੇ ਕਿਸੇ ਨਾਲ ਤੁਸੀਂ ਕਮਿਊਨੀਕੇਸ਼ਨ ਕੀਤਾ, ਇੰਟਰੈਕਸ਼ਨ ਕੀਤੀ, 2 4 10 15 50 100 ਗੱਲਾਂ ਹੋਈਆਂ, 100 ਗੱਲਾਂ ਇਨ ਜਨਰਲ ਟਾਕ ਚੱਲਦੀਆਂ ਰਹੀਆਂ, ਠੀਕ ਹੈ। ਉਹਨਾਂ ਦੇ ਵਿੱਚੋਂ ਕੋਈ ਇੱਕ ਗੱਲ ਆਈ ਜਿਹਨੇ ਤੁਹਾਡੀ ਈਗੋ ਨੂੰ ਪਿੰਚ ਕਰ ਦਿੱਤਾ, ਜਿਹਨੇ ਤੁਹਾਨੂੰ ਇੱਕ ਲੱਗਾ ਕਿ ਨੋ ਦੈਟ ਇਜ਼ ਅਨਐਕਸੈਪਟੇਬਲ। ਇੱਕ ਇਹੋ ਜਿਹੀ ਚੀਜ਼ ਆਈ। ਹੁਣ ਹੋਇਆ ਕਿ ਉਹ ਇੱਕ ਗੱਲ ਆਈ, ਉਹਨੇ ਮਨ ਮੰਡਲ ਵਿੱਚ ਜਾ ਕੇ ਐਸਾ ਤੂਫਾਨ ਖੜਾ ਕੀਤਾ, ਉਹ ਐਕਚੁਅਲ ਲੈਵਲ 'ਤੇ ਇੱਕ ਗੱਲ ਰਵਣ ਕਰ ਗਈ। ਰਵਣ ਕਰਨ ਦਾ ਮਤਲਬ ਹੁੰਦਾ ਪ੍ਰਜਨਨ ਹੋ ਜਾਣਾ। ਜਿਵੇਂ ਤੁਸੀਂ ਦੇਖੋਗੇ ਨਾ, ਮੈਂ ਤਾਂ 2 ਰੋਜ਼ ਪਹਿਲਾਂ ਜਿਹੜਾ ਰੈਟ ਅਤੇ ਮਾਈਸ ਦੀ ਪ੍ਰੋਬਲਮ ਹੈਗੀ ਹੈ ਅਰਬਨ ਏਰੀਆਜ਼ ਦੇ 'ਚ, ਇਹਦੇ ਉੱਤੇ CBC ਦਾ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ, ਅਤੇ ਆਪ ਹੈਰਾਨ ਹੋਵੋਗੇ। ਬੰਦਾ ਸੋਚੇਗਾ ਕਿ ਲੈ ਚੂਹੇ ਕਿੱਡੀ ਕੁ ਵੱਡੀ ਪ੍ਰੋਬਲਮ ਹੈ। ਓ ਮਾਈ ਗੁੱਡਨੈਸ। ਮੈਂ ਤੇ ਜਦੋਂ ਡਾਟਾ ਪੜ੍ਹਿਆ ਸਾਰਾ ਉਹਨਾਂ ਦਾ, ਵੀ ਇਟਸ ਅਨਬਲੀਵੇਬਲ। ਕੋਈ ਡਾਟਾ ਜਿਹੜਾ ਆ ਉਹ $1 ਟ੍ਰਿਲੀਅਨ ਤੋਂ ਘੱਟ ਹੀ ਨਹੀਂ ਹੈਗਾ ਜਿੰਨਾ ਨੁਕਸਾਨ ਕਰਦੇ, ਜਿੰਨਾ ਸਭ ਕੁਝ ਉਹ ਕਰ ਰਹੇ ਉਸ ਤਰੀਕੇ ਦੇ ਨਾਲ। ਇਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਉਹਨਾਂ ਦੀ ਮੈਸਿਵ ਪ੍ਰੋਡਕਸ਼ਨ। ਮਤਲਬ ਜੇ ਕਿਤੇ ਇੱਕ ਪੇਅਰ ਜਿਹੜਾ ਹੈਗਾ ਉਹ ਮਾਈਸ ਦਾ ਚੂਹਿਆਂ ਦਾ ਆ ਗਿਆ, ਤੁਸੀਂ ਹਫ਼ਤੇ 'ਚ ਦੇਖੋ, 2 ਹਫ਼ਤਿਆਂ 'ਚ ਦੇਖੋ, ਉੱਥੇ ਤੇ ਲੈਣਾ ਲੱਗ ਜਾਣਗੀਆਂ। 2 4 ਮਹੀਨਿਆਂ ਦੇ ਵਿੱਚ ਤੇ ਇੰਨੀ ਪਾਪੂਲੇਸ਼ਨ ਵੱਧ ਜਾਣੀ ਹੈ ਕਿ ਵੋਂਟ ਬੀ ਏਬਲ ਟੂ ਕੰਟਰੋਲ ਐਟ ਆਲ। ਹੁਣ ਇਸੇ ਚੀਜ਼ ਨੂੰ ਜੇ ਤੁਸੀਂ ਦੇਖੋ, ਜਿਹੜਾ ਸਾਡੇ ਅੰਦਰ ਦੀ ਦੁਨੀਆ ਆ, ਜਿਹੜੇ ਥਾਟਸ ਨੇ, ਇੱਕ ਥਾਟ ਦੇ ਨਾਲ ਇਤਨੇ ਥਾਟਸ ਅੰਗੇਜ ਹੋ ਜਾਂਦੇ ਨੇ ਇਸ ਰੂਪ ਦੇ ਵਿੱਚ, ਬੰਦੇ ਨੂੰ ਪਤਾ ਹੀ ਨਹੀਂ ਕੋਈ। ਉਹ ਜਿਹੜਾ ਮਾੜਾ ਥਾਟ ਪਿਕ ਕੀਤਾ, ਉਹਦੇ ਨਾਲ ਹਜ਼ਾਰਾਂ ਥਾਟਸ ਹੋਰ ਲੱਗ ਗਏ, ਕਰਦਿਆਂ ਬੰਦਾ ਤੇ ਸੁਧੀ ਅੰਦਰੋਂ ਨਰਕ ਦੀ ਤਸਵੀਰ ਬਣ ਗਿਆ। ਲੋਕ ਕਹਿੰਦੇ ਪੋਜ਼ਿਟਿਵ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਪਿਕ ਨਹੀਂ ਕਰਦੇ, ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਉਸ ਚੀਜ਼ ਨਾਲ ਆਪਣੇ ਆਪ ਨੂੰ ਅੰਗੇਜ ਨਹੀਂ ਕਰ ਪਾਉਂਦੇ। ਸ਼ਬਦ ਇਹ ਸਿਖਾਉਂਦਾ ਆ, ਜਿਵੇਂ ਹੀ ਬੰਦਾ ਉਸ ਪੋਜ਼ਿਟਿਵ ਸਾਈਡ ਤੋਂ ਉਸ ਤਰੀਕੇ ਨਾਲ ਰਿਐਲਿਟੀ ਬੇਸਡ ਥਾਟਸ ਨਾਲ ਅੰਗੇਜ ਕਰ ਜਾਏ, ਕਹਿੰਦੇ ਉਹਦਾ ਵੀ ਅਸਰ ਬੜਾ ਜ਼ਬਰਦਸਤ ਆ। ਬੰਦਾ ਇੱਕਦਮ ਤਸਵੀਰ ਅੰਦਰ ਬਣਾਉਂਦਾ ਆ। ਮੈਂ ਸ਼ਾਇਦ ਇਸੇ ਹਾਜ਼ਰੀ 'ਚ ਇੱਕ ਦਿਨ ਬਾਤ ਹੋ ਰਹੀ ਸੀ ਸਾਡੀ, ਉਹ ਇੱਕ ਬੇਸਬਾਲ ਪਲੇਅਰ ਹੈ ਬੜਾ ਤਗੜਾ, ਅਤੇ ਉਹਨੂੰ ਇੰਟਰਵਿਊ ਕਰਦਾ ਅਤੇ ਉਹਨੂੰ ਪੁੱਛਦਾ, ਕਹਿੰਦਾ ਵੀ ਤੂੰ ਬੇਸਬਾਲ ਪਲੇਅਰ ਬਣੇਗਾ, ਅਤੇ ਉਹ ਵੀ ਐਡਾ ਜ਼ਬਰਦਸਤ ਸਟਾਰ ਪਲੇਅਰ, ਇਹ ਤੈਨੂੰ ਕਦੋਂ ਪਤਾ ਲੱਗਾ ਵੀ ਮੇਰੇ ਅੰਦਰ ਇਹ ਸਕਿੱਲ ਹੈ? ਕਹਿੰਦਾ ਮੈਂ ਬੜਾ ਛੋਟਾ ਜਿਹਾ ਸੀਗਾ, ਅਤੇ ਮੈਂ ਇੱਕ ਦਿਨ ਵੈਸੇ ਹੀ ਬੈਟ ਫੜ ਕੇ, ਅਤੇ ਮੇਰੇ ਡੈਡ ਨੇ ਬਾਲ ਥਰੋ ਕੀਤੀ, ਮੈਂ ਬਾਲ ਵੈਸੇ ਟੱਚ ਕਰਦੀ, ਅਤੇ ਮੇਰੇ ਡੈਡ ਨੇ ਕਹਿ ਤਾ ਵੀ ਯੂ ਆਰ ਗੋਨਾ ਬੀ ਸਟਾਰ ਆਫ ਬੇਸਬਾਲ ਐਕਚੁਅਲੀ ਗੇਮ। ਕਹਿੰਦਾ ਬਸ ਉਹ ਥਾਟ ਆ ਗਿਆ। ਮੈਂ ਰਾਤ ਨੂੰ ਡਰੀਮ ਵੀ ਕਰਨ ਲੱਗ ਗਿਆ, ਸਵੇਰੇ ਵੀ। ਸਾਡੇ ਇੱਥੇ ਜਿਹੜੀ ਮਿਸਿਸਾਗਾ 'ਚੋਂ ਲੜਕੀ ਟੈਨਿਸ ਦੇ ਵਿੱਚ ਉਹ ਜਿਹੜੀ ਚੈਂਪੀਅਨ ਬਣੀ ਸੀ ਅਮਰੀਕਾ ਦੇ ਵਿੱਚ, ਉਹਦੀ ਜਦੋਂ ਤੁਸੀਂ ਉਹ ਸਾਰੀ, ਮੈਂ ਤਾਂ ਨਿਊਜ਼ ਸੁਣੀ, ਥੋੜ੍ਹੀ ਮੇਰੇ ਜ਼ਿਹਨ ਜਿੰਨੀ ਕੁ ਹੈਗੀ ਹੈ, ਉਹਨੇ ਸ਼ਾਇਦ ਉਸ ਜਿਹੜਾ ਆ ਟੈਨਿਸ ਉਸ ਟੂਰਨਾਮੈਂਟ 'ਚ ਜਾਣ ਤੋਂ ਕੋਈ 2 ਸਾਲ ਪਹਿਲਾਂ ਆਪਣੇ ਹੱਥਾਂ ਨਾਲ ਆਪਣੇ ਲਈ ਇੱਕ ਚੈੱਕ ਲਿਖਿਆ ਆਪਣੇ ਕਮਰੇ 'ਚ ਬੈਠ ਕੇ। She was already actually living that dream. ਉਹ ਆਪਣੇ ਉਸ ਸੁਪਨੇ 'ਚ ਜੀ ਰਹੀ ਸੀਗੀ, ਉਹ ਸੁਪਨਾ ਹੀ ਸਾਕਾਰ ਕੀਤਾ ਉਹਨੇ। ਇੱਥੇ ਪੰਜਾਬੀ 'ਚ ਅਸੀਂ ਅਖਾਣ ਕਹਿੰਦੇ ਹਾਂ, ਹਿਰਸਾਂ ਜਵਾਨ ਹੁੰਦੀਆਂ ਨੇ, ਉਮੀਦਾਂ ਜਿਹੜੀਆਂ ਸਰੂਪ ਦੇ ਵਿੱਚ ਪਨਪਦੀਆਂ ਨੇ। ਇੱਥੇ ਗੁਰੂ ਬਾਬਾ ਜੀ ਨੇ ਕਿਹਾ, ਜਦੋਂ ਪਿਰ ਰਾਵੇ ਅੜੀ, ਮੇਰੇ ਅੰਦਰ ਇਹ ਥਾਟਸ ਆ ਗਏ, ਚੰਗੇਰਾ ਬਣਨਾ ਆ, ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਜੀਵਨ ਦੀ ਐਨਰਜੀ ਨੂੰ ਚੰਗੇ ਪਾਸੇ ਲਾਉਣਾ ਹੈ, ਸਾਂਭ ਸੰਭਾਲ ਕਰਨੀ, ਇਹ ਪਿਰ ਰਾਵੇ ਅੜੀ ਹੈ। ਜਦੋਂ ਇਹ ਚੀਜ਼ ਅੰਦਰ ਆ ਗਈ ਇਸ ਲੈਵਲ ਤੇ, ਪਿਰ ਰਾਵੇ ਅੜੀ ਸ਼ਬਦ ਰਲੀ, ਇਹਦੇ ਲਈ ਫਿਰ ਮੈਂ ਸੋਰਸ ਵੀ ਲੱਭ ਲਿਆ। ਜਿਵੇਂ ਦਾਨੇ ਲੋਕ ਕਹਿੰਦੇ ਨੇ, ਬੰਦੇ ਨੂੰ ਬਹੁਤ ਭੁੱਖ ਲੱਗੀ ਹੋਏ ਨਾ, ਤੇ ਬੰਦਾ ਕੋਈ ਨਾ ਕੋਈ ਤਰੀਕਾ ਲੱਭ ਲੈਂਦਾ, ਭਾਵੇਂ ਕਿਸੇ ਗੁਆਂਢੀ ਦੇ ਘਰੋਂ ਮੰਗ ਕੇ ਖਾਏ, ਉਹਨੂੰ ਖਾਣ ਵਾਸਤੇ ਚੀਜ਼ ਮਿਲ ਜਾਂਦੀ ਹੈ। ਜਦੋਂ ਕਿਤੇ ਫਿਰ ਰਾਵੇੜੀ ਵਾਲੀ ਬਾਤ ਬਣ ਗਈ ਨਾ, ਤੇ ਤਰੀਕਾ ਸ਼ਬਦ ਹੀ ਹੈ, ਫਿਰ ਉਹ ਸ਼ਬਦ ਤੱਕ ਪਹੁੰਚ ਜਾਂਦਾ। ਦੁਨੀਆ ਦੇ ਕਿਸੇ ਲੈਵਲ ਤੇ ਤੁਸੀਂ ਚਲੇ ਜਾਓ, ਜਿਨ੍ਹਾਂ ਲੋਕਾਂ ਨੇ ਵੀ ਆਪਣੇ ਆਪ ਨੂੰ ਕਿਤੇ ਪਹੁੰਚਾਇਆ ਕਿਸੇ ਮਰਾਤਬੇ ਵਿੱਚ, ਸ਼ਬਦ ਹੀ ਮਦਦਗਾਰ ਹੈ। ਸਪਿਰਿਚੁਅਲ ਸਾਈਡ ਤੋਂ, ਰੂਹਾਨੀ ਤੌਰ ਤੇ ਵੀ ਸ਼ਬਦ ਹੀ ਤੁਹਾਨੂੰ ਉੱਥੋਂ ਤੱਕ ਲੈ ਕੇ ਜਾਏਗਾ। ਮੈਂ ਬੇਨਤੀ ਕਰ ਰਿਹਾ ਸੀ ਤੁਹਾਨੂੰ, ਗੁਰੂ ਰਾਮਦਾਸ ਸਾਹਿਬ ਜੀ ਦਾ ਕੁਝ ਕੈਲੰਡਰੀ ਤਾਰੀਖਾਂ ਮੁਤਾਬਕ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ। ਤੇ ਗੁਰੂ ਰਾਮਦਾਸ ਸਾਹਿਬ ਦਾ ਜੀਵਨ ਦੇਖੋ ਤੁਸੀਂ, ਬਚਪਨ ਬੜਾ
गुरबत विच गुजरदा आ, माँ बाप बड़ी छोटी उम्रे फौत हो जाते हैं, तो सब चीज़ां चों हुंदे ने। फिर गुरु अमरदास साहब का संग मिलता, उत्थे संग मिलता गुरु अमरदास साहब का शब्द के जरिए, जीवन की अपलिफ्टिंग होंदी है, जिंदगी अगले लैवल पर आती है। तो फिर ये गुरु रामदास साहब ने, जिन्होंने गुरु ग्रंथ साहब च वड्डा कंट्रीब्यूशन पाया गुरबाणी के रूप के रागां के रूप के 11 नवे राग गुरु रामदास साहब ने आप इस पावन बाणी दे जिहड़े ने उन्होंने कंट्रीब्यूट किया अपने वालों। गुरु नानक साहब तक की बाणी जिहड़ी है, गुरु नानक साहब जो बाणी साडे वास्ते सुरजीत करते हैं, वो सानू 19 रागां च मिलती है, जिन्नी उन्होंने कलैक्शन की तो जिन्नी उन्होंने बाणी उन्होंने कोल सीगी। 19 तो अज राग 31 ने। 31 का सफ़र जिहड़ा आ, एक राग गुरु तेग बहादुर साहब जी का है, जय जावंती राग जिहड़ा लास्ट राग आ, बाकी श्री राग तो लैके प्रभाती तक 30 राग बनते हैं, जिहड़े टोटल 30 रागां की गिनती है। ये 19 तो 30 का सफ़र गुरु रामदास साहब ने कराया। गुरु अर्जन साहब ने वड्डा हिस्सा बाणी का उचारिया, पर उन्होंने रागां दे विच ही जिहड़े ऑलरेडी एग्जिस्ट करते सी उहदे विच। तो जे गुरु रामदास साहब तो देखिए तो की है, उन्होंने एहसास सीगा शब्द ही करणधार है, शब्द ही सवारेगा कुछ ना कुछ साडा। तो ये जिहड़ी चीज़ है, ये साहिब पातशाह जी ने बख्शिश की है। महाराज कहते शब्द रली रव रहा नह दूरी राम। नह दूरी राम कई बार सोचते आ रब पता नहीं है कि नहीं है भी है तो किते दूर आ उस रूप दे। गुरु साहब कहते किते दूर नहीं गा, तेरी सुरत आ जी दूरी बना के बैठी है। जिवें ही तू सुरत के उस लैवल पर जाएगा, वो कल भी कायम सी अज भी, तो क्योंकि हर बॉडी के टिश्यू विच तो मौजूदगी है। अगला बचन लिखा, प्रभ दूर ना होई घट घट सोई तिसकी नार सबाई। वो प्रभु दूर नहीं, घटां च रव रहा है, तिसकी नार सबाई। सब जीवात्मावां ओदियां ही ने, कोई उहदे तो बाहर नहीं गा। इत्थे जाके फिर बंदा जिन्हों कहा जाए कि एक यूनीवर्सल हारमोनी जिहड़ी है, सब दे च रब नूं देखना, सब दी सेवा करनी, सब नाल प्यार करना, जो गुरमत स्कूल ने सारी मनुखता वास्ते एक गिफ्ट के तौर पर डिवेलप किया, उस तरीके दे नाल ओदी बात गुरु महाराज करते कि भाई तिसकी नार सबाई आपे रसिया आप रावे ज्यों तिसदी वडियाई। बाकी रसिया भी आप है, रवण वाला भी तो वडियाई भी होती है। असी जीवन में विचरद्या देखते हैं, जिवें सपोज करो कि बंदे नूं इस तरह जज किया जाता है कि हर एक दी मोरल ड्यूटी है अपने आप नूं ठीक करना, वधिया करना, हर बीमारी हर नशे तो बचाउणा, माड़े वकारां तो बचाउणा ते जीना। जे कोई बंदा मॉरल ड्यूटी फुलफिल नहीं करता, उस तो नफरत करते हैं भी ये तो वो रिस्पोंसिबिलिटी है भाई वो है। इस करके लोग कहिंदे, कई बार कह भी देंगे, मैं तो लिटरली तौर पर कहांगा कि मेरे को टाइम लिमिटेड ही होंदा हर बंदे को, मेरे को भी लिमिटेड ही है। तो कई बार मैं फोन भी नहीं अटेंड कर पाऊँगा, कॉलां भी नहीं, ईमेल भी नहीं आंसर कर पाऊँगा मेरे को। हालांकि साडे ग्लोबल संगत जी टीवी के जरिए इन्ना ज़्यादा प्यार करते, फोनस आउंदे, ईमेल्स आउंदियां, बट सम टाइम आई एम नॉट एबल टू अटेंड दैम। मैं लिटरली तौर पर कह रहा, हाँ चांस लग जाए, अदरवाइज लंघ जाता टाइम। तो एक दो बार मैंने लिटरली तौर पर कोई सज्जना ने कहा, कहते भाई साहब असी तुहानूं प्यार करते हैं, तुहानूं टाइम चाहते सी मिलन का, सानूं तुसीं टाइम नहीं दिते, तो उत्थे तुसीं जेल चले गए। दसो तो बंदे ऑलरेडी खराब बंदे ने, गलत बंदे ने इस तरीके नाल। भाई गल ये है, सिੱਖੀ के मुताबिक सब उहदी जोत है, यही तो गुरु साहब ने किया। गुरु साहब तो गए ही उन्होंने कोल जिन्होंने सब तो वध लोड़ सी, बीमार सी जो अध्यात्मी तौर के उत्ते, कौडे वर्गियां दे कोल, जेड़े भूमीए वर्गियां दे कोल। क्योंकि कारण यह है आपे ही सब कुछ है, वही रसिया आ, वही रव रहा, उहदी ही वडियाई है सारी। मैं कौन होना जज करने वाला। बाबा जी कहते आपे रसिया आप रावे ज्यों तिसदी वडियाई। अमर अडोल अमोल अपारा गुरपुर है सच पाई है। बाकी वह अमर भी है, अडोल वो जुड़ के बंदा डावां डोल नहीं होंदा, क्योंकि वह आप डोलता नहीं गा। अमोल वह मुल कोई नहीं गा, तो गुरपुर है सच पाई है। तो पूरे गुरु की मदद नाल सच तक असीं पहुँच सकते हैं। 3 नंबर पद की आखिरी लाइन है, नानक आपे जोग संजोगी नदर करे लिव लाई है। ਜਿਹੋ जी लिव असीं लाउणी चाहुंदे आ, तो सब कहते नानक जोग करे संजोगी, वो किते इहो जिहा संजोग बना दे कि जिहदे नाल इस जोग दे असीं काबिल हो सकीए। इस तरीके की साडी एसोसीएशन उस अकाल पुरख वाहिगुरू नाल बन जाए, इस वास्ते असीं अरदास करते हैं, मिन्नत करते हैं। यही सिੱਖੀ का कॉन्सैप्ट है। एंड अरदास ते तरले ते दाता बख्श लई, अपने चरणों के नाल जोड़ लई।
ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਦੀ ਮੁਬਾਰਕਬਾਦ ਦੇ ਨਾਲ ਭੁੱਲਾਂ ਗਲਤੀਆਂ ਲਈ ਮਾਫੀ ਮੰਗਦਾ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।